पुरख निरभउ निर्वैर अकाल मूरत अजूनी सैभं प्रसाद जप सच जुगार सच है भी सच नानक होसी भी सच नहीं जान जाई कछु रूप रेखं कहाँ बासता को फिरै कौन पेखं कहाँ नामता को कहाँ कह कहावै कहाँ मैं बखानो कहे मोह न आवै। सतनाम श्री वाहिगुरु जी। सलोक महला तीजा। सब किश हुक्मे आमदा सब किश हुक्मे जाए जे को मूर्ख आपो जाने अंधा अंध कमाए। नानक हुक्म को गुरमुख बुझै जिसनो कृपा करे रजाए। महला तीजा। सो जोगी जुगत सो पाए जिसनो गुरमुख नाम प्राप्त होए। तिस जोगी की नगरी सब को वसै पेखी जोग न होए। नानक ऐसा विरला को जोगी जिस घट प्रगट होए। पौड़ी। आपे जंत उपायन आपे आधार आपे सूक्ष्म भालीऐ आपे पासार। आप एकांती होए रहै आपे वड परवार। नानक मंगै दान हर संतां रे नार। होर दातार न सुझई तूं देवनहार। होर दातार न सुझई तू देवनहार। सुध। वाहिगुरू जी का खालसा वाहिगुरू जी की फतेह। परम सन्मानयोग सत्कारयोग गुरु खालसा साध संगत जी। महाराज जी ने बड़ी पार बख्शिश किरपा करके ਅੰਮ੍ਰਿਤ ਵੇਲੇ ਦੇ ਦੀਵਾਨ ਦੇ 'ਚ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਾਨੂੰ ਬਖਸ਼ਿਆ ਹੈ। ਆਵਾਜ਼ ਦੇ ਕੇ ਬੁਲਾਇਆ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਮਹਾਰਾਜ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਚਰਨਾਂ 'ਚ ਜੋੜੀਏ। ਮਹਾਰਾਜ ਜੀ ਨੇ ਜੋ ਬਿਹਾਗੜੇ ਦੀ ਵਾਰ ਵਿੱਚ ਸ਼ਲੋਕ ਉਚਾਰਨ ਕੀਤੇ ਹਨ। ਬਿਹਾਗੜੇ ਦੀ ਵਾਰ ਦੀ ਅਖੀਰਲੀ ਪੌੜੀ 21ਵੀਂ ਪੌੜੀ ਆਪ ਜੀ ਨੇ ਸੁਣੇ ਹੁਣੇ ਸਰਵਣ ਕੀਤੀ ਹੈ। ਇਹਦੇ ਨਾਲ ਜੋ ਸੰਬੰਧਿਤ ਸ਼ਲੋਕ ਹਨ ਅਤੇ ਪੌੜੀ ਦੀ ਵਿਚਾਰ ਜਿਵੇਂ ਗੁਰੂ ਸਾਹਿਬ ਕਿਰਪਾ ਕਰਨ ਕਰਾ ਲੈਣ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ। ਸਭ ਕਿਛ ਹੁਕਮੇ ਆਵੰਦਾ ਸਭ ਕਿਛ ਹੁਕਮੇ ਜਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਸੰਸਾਰ ਵਿੱਚ ਜੋ ਵੀ ਆਵਾਗਾਉਣ ਦਾ ਚੱਕਰ ਚੱਲ ਰਿਹਾ ਹੈ, ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਜੰਮ ਰਿਹਾ ਕੋਈ ਮਰ ਰਿਹਾ। 84 ਲੱਖ ਜੂਨਾਂ ਹਨ। 1,84,000 ਮੇਦਨੀ ਘਟੈ ਨ ਵਧੈ ਉਤਾਹੇ।
ਕਹਿੰਦੇ 84 ਲੱਖ ਜੂਨਾਂ ਪਰਮੇਸ਼ਰ ਨੇ ਬਣਾਈਆਂ, ਨਾ ਵੱਧਦੀਆਂ ਨਾ ਘਟਦੀਆਂ। ਉਹਨਾਂ 84 ਲੱਖ ਜੂਨਾਂ ਦੇ ਵਿੱਚ ਹੀ ਜੀਵ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਮਨੁੱਖ ਇੱਕ ਜੂਨੀ ਹੈ, ਜਿਹਦੇ ਵਿੱਚ ਕਈ ਅਰਬ ਲੋਕ ਹਨ। ਇਸੇ ਤਰ੍ਹਾਂ ਪਸ਼ੂਆਂ ਦੀਆਂ ਵੀ ਸਾਧ ਸੰਗਤ ਜੀ, ਪੰਛੀਆਂ ਦੀਆਂ ਵੀ ਬਹੁਤ ਜੂਨਾਂ, ਇੱਕ ਇੱਕ ਜੂਨ ਦੇ ਵਿੱਚ ਬਹੁਤ ਜੀਵਾਂ ਦੀ ਗਿਣਤੀ ਹੈ। ਇਹ ਸਾਰੀ ਰਚਨਾ ਵਾਹਿਗੁਰੂ ਅਕਾਲ ਪੁਰਖ ਨੇ ਰਚੀ ਹੋਈ ਹੈ। ਸਾਰਾ ਕੁਛ ਉਹਦੇ ਹੁਕਮ ਦੇ ਅੰਦਰ ਹੈ। ਸਤਿਗੁਰੂ ਜੀ ਨੇ ਸ੍ਰੀ ਜਪਜੀ ਸਾਹਿਬ ਦੀ ਸ਼ੁਰੂਆਤ ਵਿੱਚ ਹੀ ਹੁਕਮ ਦੇ ਸਿਧਾਂਤ ਉੱਤੇ ਬੜਾ ਵਿਸ਼ਲੇਸ਼ਣ ਕੀਤਾ ਹੈ, ਬੜੀ ਸੁੰਦਰ ਵਿਆਖਿਆ ਦਿੱਤੀ ਹੈ। ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ। ਸਾਰਾ ਕੁਛ ਹੁਕਮ ਦੇ ਅੰਦਰ ਹੈ। ਹੁਕਮ ਤੋਂ ਬਾਹਰ ਕੁਛ ਵੀ ਨਹੀਂ, ਪੱਤਾ ਵੀ ਨਹੀਂ ਹਿੱਲ ਸਕਦਾ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ। ਹੁਕਮੇ ਜੰਮਣ, ਹੁਕਮੇ ਮਰਨਾ। ਹੁਕਮ ਦੇ ਵਿੱਚ ਹੀ ਜਨਮ ਹੁੰਦਾ ਹੈ, ਹੁਕਮ ਦੇ ਵਿੱਚ ਹੀ ਮੌਤ ਹੁੰਦੀ ਹੈ। ਅਗਲਾ ਜਨਮ ਵੀ ਹੁਕਮ 'ਚ ਹੀ ਮਿਲਦਾ ਹੈ। ਪਸ਼ੂਆਂ ਦੀ ਜੂਨ ਮਿਲੇ, ਪੰਛੀਆਂ ਦੀ ਮਿਲੇ, ਕੀੜੇ ਮਕੌੜੇ ਦੀ ਮਿਲੇ, ਜੋ ਵੀ ਹੋਵੇਗਾ ਹੁਕਮ ਵਿੱਚ ਹੀ ਹੋਵੇਗਾ। ਹੁਕਮ ਤੋਂ ਬਾਹਰ ਕੁਛ ਨਹੀਂ ਹੋਵੇਗਾ। ਜਿੰਨਾ ਚਿਰ ਅਸੀਂ ਹੁਕਮ ਨੂੰ ਨਹੀਂ ਪਛਾਣਦੇ, ਉਹਨਾਂ ਚਿਰ ਅਸੀਂ ਦੁਖੀ ਹੁੰਦੇ ਹਾਂ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਮਹਾਰਾਜ ਕਹਿੰਦੇ ਜਿਹੜਾ ਹੁਕਮ ਨੂੰ ਨਹੀਂ ਪਛਾਣਦਾ, ਉਹ ਬਹੁਤ ਰੋਂਦਾ, ਪਿੱਟਦਾ, ਕੁਰਲਾਉਂਦਾ ਹੈ, ਸੜਦਾ ਕੁੜਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਹੁਕਮ ਨਾ ਜਾਣੈ ਬਹੁਤਾ ਰੋਵੈ, ਬਹੁਤ ਰੋਂਦਾ ਹੈ, ਬਹੁਤ ਦੁਖੀ ਹੁੰਦਾ ਹੈ। ਅੰਦਰ ਧੁਖ ਦੁਖੀ ਲੱਗੀ ਰਹਿੰਦੀ, ਅੰਦਰ ਧੋਖਾ। ਨੀਂਦ ਨਾ ਸੋਵੈ, ਉਹਨੂੰ ਨੀਂਦ ਨਹੀਂ ਆਉਂਦੀ। ਉਹ ਕਹਿੰਦਾ ਇੱਦਾਂ ਕਿਉਂ ਹੋ ਗਿਆ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ ਹੈ, ਜਿਵੇਂ ਮੈਂ ਚਾਹੁੰਦਾ ਉਵੇਂ ਹੋਵੇ, ਮੇਰੇ ਤੋਂ ਬਿਨਾਂ, ਮੇਰੀ ਸੋਚ ਤੋਂ ਬਿਨਾਂ, ਮੇਰੇ ਵਿਚਾਰ ਤੋਂ ਬਿਨਾਂ ਕੋਈ ਕੰਮ ਨਾ ਹੋਵੇ। ਹਉਮੈ ਵਾਲਾ ਹੁਕਮ ਨੂੰ ਨਹੀਂ ਪਛਾਣਦਾ, ਅਤੇ ਹੁਕਮ ਨੂੰ ਪਛਾਣਨ ਵਾਲਾ ਹਉਮੈ ਨਹੀਂ ਕਰਦਾ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ। ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ, ਵਾਹਿਗੁਰੂ ਜੋ ਕਰ ਰਿਹਾ ਠੀਕ ਹੀ ਕਰ ਰਿਹਾ, ਜਿਵੇਂ ਕਰ ਰਿਹਾ ਠੀਕ ਕਰ ਰਿਹਾ, ਬਸ। ਉਹ ਫਿਰ ਮੈਂ ਨਹੀਂ ਕਰਦਾ, ਮੈਂ ਕਰਾਂਗਾ ਜਾਂ ਮੇਰਾ ਕੀਤਾ ਹੋਣਾ ਚਾਹੀਦਾ, ਮੇਰੇ ਮੁਤਾਬਕ ਨਹੀਂ ਹੋਇਆ। ਉਹ ਕਹਿੰਦਾ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਕੀਆ ਕੁਛ ਹੁੰਦਾ ਹੀ ਨਹੀਂ, ਜੋ ਵਾਹਿਗੁਰੂ ਕਰੇਗਾ ਹੋ ਜਾਏਗਾ। ਅਤੇ ਜਿਹੜਾ ਬੰਦਾ ਕਹਿੰਦਾ ਵੀ ਮੈਂ ਕਰਾਂਗਾ, ਉਹ ਬੰਦਾ ਜ਼ੋਰ ਲਾਉਂਦਾ ਹੈ, ਕੋਸ਼ਿਸ਼ ਕਰਦਾ ਹੈ, ਟੱਕਰਾਂ ਮਾਰਦਾ ਹੈ। ਜਦੋਂ ਨਹੀਂ ਹੁੰਦਾ ਫਿਰ ਦੁਖੀ ਹੁੰਦਾ, ਫਿਰ ਸੜਦਾ ਕੁੜਦਾ, ਕਈ ਵਾਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਵੀ ਆਤਮ ਹੱਤਿਆ ਕਰਨ ਤੱਕ ਚਲਾ ਜਾਂਦਾ। ਮੈਂ ਜਿਵੇਂ ਚਾਹੁੰਦਾ ਸੀ ਉਵੇਂ ਨਹੀਂ ਹੋਇਆ। ਜਿਹੜਾ ਮੈਂ ਬਿਜ਼ਨਸ ਖੋਲ੍ਹਿਆ ਸੀ, ਜਿੱਦਾਂ ਮੈਂ ਚਲਾਉਣਾ ਚਾਹੁੰਦਾ ਸੀ, ਉੱਦਾਂ ਬਿਜ਼ਨਸ ਕਿਉਂ ਨਹੀਂ ਚੱਲਿਆ। ਜਿੱਥੇ ਮੈਂ ਸ਼ਾਦੀ ਕਰਾਉਣੀ ਚਾਹੁੰਦਾ ਸੀ, ਉੱਥੇ ਮੇਰੀ ਸ਼ਾਦੀ ਕਿਉਂ ਨਹੀਂ ਹੋਈ। ਜਿੱਦਾਂ ਦੇ ਬੱਚੇ ਮੈਨੂੰ ਚਾਹੀਦੇ ਸੀ, ਉੱਦਾਂ ਦੇ ਬੱਚੇ ਕਿਉਂ ਨਹੀਂ ਮੇਰੇ ਨਿਕਲੇ। ਜਿੱਦਾਂ ਦਾ ਸਮਾਜ ਮੈਂ ਚਾਹੁੰਦਾ ਹਾਂ, ਉੱਦਾਂ ਦਾ ਸਮਾਜ ਕਿਉਂ ਨਹੀਂ ਬਣ ਸਕਿਆ।
ਜਿੱਦਾਂ ਦੇ ਮਾਹੌਲ ਵਿੱਚ ਮੈਂ ਰਹਿਣਾ ਚਾਹੁੰਦਾ ਹਾਂ ਉੱਦਾਂ ਦਾ ਮਾਹੌਲ ਕਿਉਂ ਨਹੀਂ ਮਿਲਿਆ। ਇਸ ਕਿੰਤੂ ਪਰੰਤੂ ਵਿੱਚ ਬੰਦਾ ਬੜਾ ਪਰੇਸ਼ਾਨ ਹੁੰਦਾ ਹੈ। ਪਰ ਜਿਹੜਾ ਹੁਕਮ ਨੂੰ ਸਮਝ ਲੈਂਦਾ ਹੈ ਉਹਨੂੰ ਇਹ ਸਮਝ ਆਉਂਦੀ ਹੈ ਵੀ ਮੈਂ ਇਸ ਦੁਨੀਆ ਵਿੱਚ ਪ੍ਰਾਹੁਣਾ ਆਇਆ ਹਾਂ, ਇਹ ਮੇਰੀ ਦੁਨੀਆ ਨਹੀਂ ਹੈ, ਇਹ ਮੇਰਾ ਸੰਸਾਰ ਨਹੀਂ ਹੈ, ਇਹ ਪਰਮਾਤਮਾ ਦੀ ਰਚਨਾ ਹੈ। ਇਹ ਤਾਂ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਮੇਰੇ ਤੋਂ ਪਹਿਲਾਂ ਅਰਬਾਂ ਖਰਬਾਂ ਲੋਕ ਇੱਥੇ ਆ ਚੁੱਕੇ ਨੇ, ਉਹਨਾਂ ਕੋਲੋਂ ਦੁਨੀਆ ਦੇ ਕੰਮ ਪੂਰੇ ਨਹੀਂ ਹੋਏ, ਮੇਰੇ ਕੋਲੋਂ ਕਿੱਥੇ ਹੋ ਜਾਣਗੇ। ਘਰ ਘਰ ਥੱਕ ਕੇ ਵੱਡੇ ਵਡੇਰੇ, ਬੜੇ ਬੜੇ ਵੱਡੇ ਲੋਕ, ਬਲੀ ਲੋਕ, ਸ਼ਕਤੀਸ਼ਾਲੀ ਲੋਕ ਵੀ ਹੋਏ ਨੇ, ਪਾਵਰਫੁੱਲ ਬੰਦੇ ਵੀ ਹੋਏ ਨੇ, ਜਿਹੜੇ ਇਸ ਦੁਨੀਆ ਦੇ ਕੰਮਾਂ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਸੀ। ਘਰ ਘਰ ਥੱਕ ਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਕਿਸੇ ਕੋਲੋਂ ਵੀ ਮਾਇਆ ਦੇ ਕੰਮ ਪੂਰੇ ਨਹੀਂ ਹੋਏ। ਰਾਵਣ ਕਹਿੰਦਾ ਸੀ ਮੈਂ ਹੁਣ ਸਵਰਗ ਨੂੰ ਪੌੜੀ ਲਾਣੀ ਹੈ, ਉਹ ਨਹੀਂ ਲਾ ਸਕਿਆ, ਵਿੱਚੇ ਰਹਿ ਗਈ। ਹੁਕਮ ਨਹੀਂ ਸੀ, ਜੇ ਹੁਕਮ ਹੁੰਦਾ ਤਾਂ ਲਾ ਵੀ ਲੈਂਦਾ, ਹੁਕਮ ਨਹੀਂ ਸੀ। ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਭਾਵੇਂ ਕੋਈ ਰਾਜਾ ਮਹਾਰਾਜਾ, ਭਾਵੇਂ ਕੋਈ ਕਿਸੇ ਵੀ ਮੁਲਕ ਦੀ ਸਰਕਾਰ ਹੈ, ਅਤੇ ਭਾਵੇਂ ਕੋਈ ਵੱਡੀ ਤੋਂ ਵੱਡੀ ਤਾਕਤ ਹੈ, ਕੁਸਕ ਵੀ ਨਹੀਂ ਸਕਦਾ ਕੋਈ, ਹਿੱਲ ਵੀ ਨਹੀਂ ਸਕਦਾ ਕੋਈ। ਇਸ ਗੱਲ ਨੂੰ ਮਹਾਰਾਜ ਬਾਰ-ਬਾਰ ਆਪਣੀ ਬਾਣੀ ਵਿੱਚ ਸਿੱਧ ਕਰਾ ਰਹੇ ਨੇ, ਅਤੇ ਅੰਤਮ ਸੱਚ ਵੀ ਇਹੀ ਹੈ। ਕਈ ਲੋਕ, ਕਿਉਂਕਿ ਸਾਡਾ ਜਿਹੜਾ ਅੰਤःਕਰਨ ਹੈ ਨਾ ਉਹ ਬੜਾ ਮਲੀਨ ਹੋ ਚੁੱਕਾ ਹੈ। ਅੱਜ ਕੱਲ੍ਹ ਜਿਹੜੀ ਸਾਡੀ ਵੈਸਟਰਨ ਦਾ ਕਲਚਰ ਹੈ, ਵੈਸਟਰਨ ਦੀ ਸੋਚ ਹੈ, ਵੈਸਟਰਨ ਦੀ ਪੜ੍ਹਾਈ ਹੈ, ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਜੋ ਪੜ੍ਹਾਇਆ ਜਾ ਰਿਹਾ, ਭਾਵੇਂ ਇੰਡੀਆ 'ਚ ਪੜ੍ਹਾਇਆ ਜਾ ਰਿਹਾ, ਭਾਵੇਂ ਬਾਹਰਲੇ ਮੁਲਕਾਂ 'ਚ, ਇਹੀ ਸਿਖਾਇਆ ਜਾਂਦਾ ਵੀ ਤੁਸੀਂ ਆਪ ਸਭ ਕੁਝ ਕਰ ਸਕਦੇ ਹੋ, ਪਰਮਾਤਮਾ ਰੱਬ ਵਾਹਿਗੁਰੂ ਕੋਈ ਹੈ ਹੀ ਨਹੀਂ। ਬਸ ਬੰਦਾ ਆਪਣੀ ਸੋਚ ਨਾਲ ਹੀ ਦੌੜਿਆ ਫਿਰਦਾ। ਔਰ ਅੱਗੇ ਅੱਗੇ ਜਿੱਧਰ ਹੁਣ ਇਹ ਜਾ ਰਹੀ ਹੈ ਦੁਨੀਆ, ਇੱਦਾਂ ਲੱਗਦਾ ਵੀ ਸਾਰੇ ਪਾਗਲ ਹੋ ਜਾਣਗੇ। ਲੋਕਾਂ ਦੇ ਅੰਦਰ ਸਹਿਨਸ਼ੀਲਤਾ, ਪਿਆਰ, ਮੁਹੱਬਤ ਤਾਂ ਘੱਟ ਹੀ ਚੁੱਕਾ ਹੈ। ਵਿਚਾਰ, ਵਿਵੇਕ, ਰਹਿਣ ਸਹਿਣ ਦੇ ਢੰਗ ਹੌਲੇ ਹੌਲੇ ਪਸ਼ੂਆਂ ਪੰਛੀਆਂ ਵਾਲੇ ਬਣਦੇ ਜਾ ਰਹੇ, ਬਲਕਿ ਉਹਨਾਂ ਤੋਂ ਵੀ ਘਟਦੇ ਜਾ ਰਹੇ ਹੈ। ਪਰ ਜੇ ਅਸੀਂ ਗੁਰੂ ਦੀ ਬਾਣੀ ਨਾਲ ਜੁੜਾਂਗੇ, ਫਿਰ ਸਮਝ ਆਵੇਗੀ ਵੀ ਇਸ ਸੰਸਾਰ ਦੇ ਵਿੱਚ ਅਸੀਂ ਜਿਹੜੀ ਭੱਜ ਦੌੜ ਕਰ ਰਹੇ ਹਾਂ, ਇਹ ਸਾਡੀ ਨਹੀਂ ਹੈ, ਇਹ ਸਭ ਉਹਦੇ ਹੁਕਮ ਦੀ ਖੇਡ ਹੈ। ਜਦੋਂ ਹੁਕਮ ਨੂੰ ਜਾਣਾਂਗੇ ਤਾਂ ਸੁਖੀ ਹੋ ਜਾਵਾਂਗੇ, ਜੇ ਹੁਕਮ ਨੂੰ ਨਹੀਂ ਜਾਣਾਂਗੇ ਤਾਂ ਹੁਕਮ ਨਾ ਜਾਣੈ ਬਹੁਤਾ ਰੋਵੈ, ਫਿਰ ਬੜਾ ਰੋਣਾ ਪੈਂਦਾ ਹੈ। ਅੰਦਰ ਧੋਖਾ ਨੀਂਦ ਨਾ ਸੋਵੈ, ਅੰਦਰ ਧੁਖਤਕੀ ਲੱਗੀ ਹੈ, ਸੁੱਖ ਦੀ ਨੀਂਦ ਆਉਂਦੀ ਨਹੀਂ, ਦਿਨ ਰਾਤ ਪਰੇਸ਼ਾਨੀ ਹੈ। ਸੋ ਮਹਾਰਾਜ ਦੇ ਪਾਵਨ ਬਚਨ ਸੁਣੀਏ। ਸ਼ਲੋਕ ਮਹੱਲਾ ਤੀਜਾ। ਸਭ ਕੁਛ ਹੁਕਮੇ ਆਵਦਾ, ਸਭ ਕੁਛ ਹੁਕਮੇ ਜਾਏ। ਮਹਾਰਾਜ ਕਹਿੰਦੇ ਸਾਰਾ ਕੁਝ ਹੁਕਮ ਦੇ ਰਾਹੀਂ ਇਸ ਸੰਸਾਰ 'ਚ ਪ੍ਰਗਟ ਹੋ ਰਿਹਾ। ਜਦੋਂ ਇਹ ਸੰਸਾਰ ਵਾਹਿਗੁਰੂ ਨੇ ਬਣਾਇਆ ਹੈ, ਐਡੀ ਵੱਡੀ ਰਚਨਾ ਰਚੀ ਹੈ, ਜਿਹਨੂੰ ਬਿਗ ਬੈਂਗ ਦੀ ਥਿਊਰੀ ਵੀ ਇਹ ਕਹਿੰਦੇ ਸਾਇੰਸ ਵਾਲੇ। ਮਹਾਰਾਜ ਕਹਿੰਦੇ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਵੇਦ ਨਿਰਮਏ। ਉਸ ਤੋਂ ਪਹਿਲਾਂ ਕੀ ਸੀ? ਮਹਾਰਾਜ ਬਾਣੀ 'ਚ ਲਿਖਦੇ ਆ, ਅਰਬਦ ਨਰਬਦ ਧੁੰਦੂਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਉਸ ਵੇਲੇ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਨਾਲ ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇਹ ਸਾਰੇ ਪਸਾਰੇ ਪਸਾਰ ਦਿੱਤੇ। ਜਦੋਂ ਇਹਨੂੰ ਸਮੇਟਣਾ ਚਾਹੁੰਦਾ ਹੈ
ਉਦੋਂ ਇਹ ਸਮੇਟ ਦਿੰਦਾ, ਆਪਣੇ ਵਿੱਚ ਹੀ ਲੀਨ ਕਰ ਲੈਂਦਾ। ਹੁਕਮ ਦੇ ਵਿੱਚੋਂ ਹੀ ਸਾਰੇ ਆਉਂਦੇ, ਹੁਕਮ ਵਿੱਚ ਜਾਂਦੇ। ਜਦੋਂ ਸਿੱਧਾਂ ਨੇ ਮਹਾਰਾਜ ਨੂੰ ਪੁੱਛਿਆ ਸੀ, ਕਹਾਂ ਤੇ ਆਵੈ ਕਹਾਂ ਇਹੋ ਜਾਵੈ, ਕਹਾਂ ਇਹੋ ਰਹਿ ਸਮਾਈ। ਮਹਾਰਾਜ ਜੀਵ ਕਿੱਥੋਂ ਆਉਂਦੇ ਨੇ, ਕਿੱਥੇ ਜਾਂਦੇ ਨੇ, ਕਿੱਥੇ ਸਮਾਉਂਦੇ ਨੇ? ਮਹਾਰਾਜ ਕਹਿੰਦੇ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ। ਇਹ ਹੁਕਮ ਦੀ ਸਾਰੀ ਰਚਨਾ ਹੈ। ਹੁਕਮ ਵਿੱਚੋਂ ਆਉਂਦੇ ਨੇ, ਹੁਕਮ ਵਿੱਚ ਸਮਾ ਜਾਂਦੇ ਨੇ। ਸਭ ਕੁਛ ਹੁਕਮੇ ਆਉਂਦਾ, ਸਾਰਾ ਕੁਝ ਹੁਕਮ 'ਚੋਂ ਆਉਂਦਾ, ਸਭ ਕੁਛ ਹੁਕਮੇ ਜਾਏ, ਸਾਰਾ ਕੁਝ ਹੁਕਮ ਵਿੱਚ ਹੀ ਚਲਾ ਜਾਂਦਾ। ਜੇ ਕੋ ਮੂਰਖ ਆਪੋ ਜਾਣੈ, ਅੰਧਾ ਅੰਧ ਕਮਾਏ। ਜੇ ਕੋਈ ਮੂਰਖ ਆਪਣੇ ਆਪ ਨੂੰ ਸਮਝੇ ਵੀ ਮੈਂ ਕੁਝ ਕਰ ਸਕਦਾ, ਮੈਂ ਵੀ ਬਲੀ ਹਾਂ, ਮੈਂ ਤਾਕਤਵਰ ਹਾਂ, ਮੇਰੀ ਵੀ ਸਿਆਣਪ ਹੈ, ਮੈਨੂੰ ਰੱਬ ਦੀ ਮਦਦ ਦੀ ਕੋਈ ਲੋੜ ਨਹੀਂ, ਮੈਂ ਹੁਕਮ ਨੂੰ ਨਹੀਂ ਮੰਨਣਾ, ਮੈਂ ਤਾਂ ਆਪ ਕੁਝ ਕਰਨਾ ਹੈ, ਤਾਂ ਮਹਾਰਾਜ ਕਹਿੰਦੇ ਉਹ ਮੂਰਖ ਹੀ ਹੈ। ਉਹ ਮੂਰਖ ਜਿਹੜਾ ਆਪਣੇ ਆਪ ਨੂੰ ਕੋਈ ਜਾਣਦਾ ਹੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਉਹ ਅੰਨੇ ਹੀ ਕੰਮ ਕਰ ਰਿਹਾ, ਟੱਕਰਾਂ ਮਾਰ ਰਿਹਾ ਅੰਧੇਰੇ ਵਿੱਚ, ਕੱਖ ਨਹੀਂ ਪੱਲੇ ਪੈਣਾ। ਨਾਨਕ ਹੁਕਮ ਕੋ ਗੁਰਮੁਖ ਬੁੱਝੈ, ਜਿਸਨੂੰ ਕਿਰਪਾ ਕਰੇ ਰਜਾਏ। ਮਹਾਰਾਜ ਕਹਿੰਦੇ ਹੁਕਮ ਨੂੰ ਕੋਈ ਵਿਰਲਾ ਹੀ ਗੁਰਮੁਖ ਸਮਝਦਾ, ਜਿਸ ਨੂੰ ਵਾਹਿਗੁਰੂ ਕਿਰਪਾ ਕਰਦਾ ਹੈ, ਆਪਣੀ ਰਜਾ ਦੇ ਵਿੱਚ ਬਖਸ਼ਿਸ਼ ਕਰਦਾ ਹੈ, ਉਹ ਹੁਕਮ ਨੂੰ ਬੁੱਝ ਲੈਂਦਾ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਨ ਕਰਦੇ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ। ਜਿਹੜਾ ਪਰਮਾਤਮਾ ਨਾਲ ਜੁੜ ਗਿਆ ਉਸ ਨੂੰ ਜੋਗੀ ਕਹਿੰਦੇ ਹਨ। ਯੋਗ ਦੀਆਂ ਬਹੁਤ ਸਾਰੀਆਂ ਜੁਗਤਾਂ ਸਿੱਧਾਂ ਮਹਾਂਪੁਰਸ਼ਾਂ ਨੇ, ਜੋਗੀਆਂ ਨੇ ਇਜਾਦ ਕੀਤੀਆਂ ਹਨ। ਖਾਸ ਕਰਕੇ ਗੁਰੂ ਗੋਰਖਨਾਥ ਜੀ ਨੇ ਯੋਗ ਉੱਤੇ ਬੜੀ ਰਿਸਰਚ ਕੀਤੀ ਹੈ ਅਤੇ ਵੱਖਰੇ ਵੱਖਰੇ ਐਕਸਪੈਰੀਮੈਂਟ ਕੀਤੇ ਹਨ। ਇਸ ਤੋਂ ਇਲਾਵਾ ਵੀ ਯੋਗ ਮਤ ਦਾ ਬਹੁਤ ਵੱਡਾ ਪਸਾਰਾ ਹੈ। ਤੰਤਰ ਯੋਗ, ਮੰਤਰ ਯੋਗ, ਭਗਤੀ ਯੋਗ, ਗਿਆਨ ਯੋਗ, ਵੈਰਾਗ ਯੋਗ। ਗੀਤਾ ਵਿੱਚ ਵੀ ਕਿੰਨੇ ਪ੍ਰਕਾਰ ਦਾ ਕ੍ਰਿਸ਼ਨ ਜੀ ਮਹਾਰਾਜ ਨੇ ਯੋਗ ਲਿਖਿਆ ਹੈ। ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਹੜਾ ਯੋਗ ਦੱਸਿਆ, ਯੋਗ ਬਣਿਆ ਤੇਰਾ ਕੀਰਤਨ ਗਾਈ। ਵਾਹਿਗੁਰੂ ਨਾਲ ਜੁੜਨ ਦਾ ਤਰੀਕਾ ਕੀਰਤਨ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਜੋਗੀ ਉਹ ਹੈ, ਜੁਗਤੀ ਵੀ ਉਹੀ ਪ੍ਰਾਪਤ ਕਰ ਸਕਿਆ ਹੈ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ, ਜਿਸ ਨੂੰ ਗੁਰੂ ਸਾਹਿਬ ਜੀ ਦੇ ਮੁਖ ਤੋਂ ਨਾਮ ਦੀ ਪ੍ਰਾਪਤੀ ਹੋ ਗਈ। ਨਾਮ ਦੀ ਪ੍ਰਾਪਤੀ ਇੱਕ ਵੱਖਰੀ ਅਵਸਥਾ ਹੈ। ਅਜੇ ਆਪਾਂ ਸਾਧ ਸੰਗਤ ਜੀ ਊੜਾ ਵੀ ਨਹੀਂ ਪੜ੍ਹਿਆ, ਤੁਰੇ ਹੀ ਨਹੀਂ, ਪ੍ਰਾਪਤੀ ਬੜੀ ਦੂਰ ਹੈ। ਨਾਮ ਦੀ ਪ੍ਰਾਪਤੀ ਲਈ ਬੜੀ ਘਾਲਣਾ ਘਾਲਣੀ ਪੈਂਦੀ ਹੈ। ਬੜੀਆਂ ਅਰਦਾਸਾਂ, ਬੜੀਆਂ ਬੇਨਤੀਆਂ, ਬੜੀਆਂ ਜੋਦੜੀਆਂ ਅਤੇ ਆਪਾ ਭਾਵ ਗਵਾਉਣਾ ਪੈਂਦਾ ਹੈ। ਜਿੰਨਾ ਚਿਰ ਮੈਂ ਨਹੀਂ ਮਿਟਦੀ ਓਨਾ ਚਿਰ ਨਾਮ ਨਹੀਂ ਮਿਲਦਾ। ਜਦੋਂ ਨਾਮ ਮਿਲਦਾ ਮੈਂ ਮਿਟ ਜਾਂਦੀ ਹੈ। ਗੱਲ ਹੀ ਬੜੀ ਅਚਰਜ ਹੈ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਵਾਹਿਗੁਰੂ 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 ਕੈਸੀ ਹਉਮੈ ਹੈ ਕਿ ਹਰ ਜਗ੍ਹਾ 'ਤੇ ਇਹ ਆ ਖੜ੍ਹਦੀ ਹੈ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਕਹਿੰਦੇ ਇਹ ਨਾਮ ਦੀ ਪ੍ਰਾਪਤੀ ਹੋ ਜਾਵੇ ਫਿਰ ਅਸਲ ਜੋਗੀ ਬਣਿਆ ਜਾਂਦਾ ਹੈ। ਅਤੇ ਇਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਜਿਹੜਾ ਐਸਾ ਜੋਗੀ ਹੁੰਦਾ ਅਸਲ ਵਿੱਚ, ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਜੋਗੀ ਦੀ ਨਗਰੀ ਸਭ ਕੁਝ ਵਸਦਾ। ਭਾਵ ਉਹਦੀ ਨਗਰੀ ਜਿਵੇਂ ਕਿ ਰਾਜਾ ਹੁੰਦਾ, ਉਹਦੀ ਨਗਰੀ 'ਚ ਰਹਿਣ ਵਾਲੇ ਸਾਰੇ ਸੁਖੀ ਰਹਿੰਦੇ ਹੈ। ਚੰਗਾ ਰਾਜਾ ਹੋਵੇ ਤਾਂ, ਚੰਗਾ ਰਾਜਾ ਹੋਵੇ ਆਪਣੇ ਦੇਸ਼ ਨੂੰ, ਆਪਣੀ ਪ੍ਰਜਾ ਨੂੰ, ਆਪਣੇ ਇਲਾਕੇ ਨੂੰ ਸੁਖੀ ਰੱਖਦਾ ਹੈ। ਮਾੜਾ ਰਾਜਾ ਹੋਵੇ ਆਪਣੇ ਦੇਸ਼ ਨੂੰ ਉਜਾੜ ਬਹਿੰਦਾ ਹੈ। ਕਹਿੰਦੇ ਜੁੜਿਆ ਹੋਇਆ ਜਿਹੜਾ ਗੁਰਮੁਖ ਹੈ,
ਪਰਮੇਸ਼ਰ ਦਾ ਪਿਆਰਾ ਸੰਤ ਭਗਤ ਹੈ, ਉਹਦੇ ਨਾਲ ਰਹਿਣ ਵਾਲੇ ਉਹਦੇ ਸੰਗੀ ਸੁਖੀ ਵਸਦੇ ਆ। ਇੱਥੇ ਨਗਰੀ ਤੋਂ ਭਾਵ ਉਹਦੀ ਸੰਗਤ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਬਚਲ ਰਾਜ ਕਾਇਮ ਕੀਤਾ ਹੈ। ਸ੍ਰੀ ਗੁਰ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ। ਇਹਦੀ ਸੱਚੀ ਪਾਤਸ਼ਾਹੀ ਦੇ ਮਾਲਕ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ 10 ਪਾਤਸ਼ਾਹੀਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਪੰਥ ਕਮਾਈ ਗੁਰੂ ਨਾਨਕ ਸਾਹਿਬ ਨੇ ਕੀਤੀ, ਖਾ ਅਸੀਂ ਰਹੇ ਹਾਂ। ਲੱਖਾਂ ਕਰੋੜਾਂ ਸਿੱਖ ਰੋਜ਼ ਗੁਰੂ ਨਾਨਕ ਦੇ ਲੰਗਰ 'ਚ ਪ੍ਰਸ਼ਾਦਾ ਛਕ ਰਹੇ ਨੇ। ਗੁਰਦੁਆਰਿਆਂ 'ਚ ਲੰਗਰ ਲੱਗੇ ਨੇ, ਨਿਸ਼ਾਨ ਝੂਲ ਰਹੇ ਨੇ। ਫਿਜ਼ੀਕਲ ਤੌਰ 'ਤੇ ਵੀ ਸਾਡੀ ਪੇਟ ਪੂਰਤੀ ਮਹਾਰਾਜ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਅਤੇ ਰੂਹਾਨੀਅਤ ਤੌਰ 'ਤੇ ਵੀ ਕਰ ਰਹੇ ਨੇ। ਲੱਖਾਂ ਲੋਕ ਨੇ ਜਿਹੜੇ ਬਾਣੀ ਦੇ ਰੰਗੇ 'ਚ ਰੰਗੇ ਗਏ ਨੇ। ਲੱਖਾਂ ਲੋਕ ਨੇ ਜਿਹੜੇ ਨਾਮ ਦੇ ਅਭਿਆਸੀ ਬਣ ਗਏ ਨੇ, ਮੁਕਤ ਹੋ ਗਏ ਨੇ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਐਸੇ ਜੋਗੀ ਦੀ ਨਗਰੀ ਸਭ ਕੁਝ ਸੁਖੀ ਵਸਦਾ ਹੈ। ਭੇਖੀ ਜੋਗ ਨਾ ਹੋਏ। ਭੇਖ ਕਰਕੇ ਕੋਈ ਜੋਗੀ ਬਣ ਜਾਵੇ ਤਾਂ ਮਹਾਰਾਜ ਕਹਿੰਦੇ ਉਹ ਭੇਖੀ ਹੋ ਸਕਦਾ, ਜੋਗੀ ਨਹੀਂ ਹੋ ਸਕਦਾ। ਜੋਗ ਗੱਲੀ ਜੋਗ ਨਾ ਹੋਈ। ਗੱਲਾਂ ਬਾਤਾਂ ਨਾਲ ਥੋੜ੍ਹਾ ਜੋਗ ਹੁੰਦਾ। ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਐ ਸੋਈ। ਅਸਲ ਜੋਗੀ ਉਹ ਹੈ ਜਿਹੜਾ ਸਾਰੀ ਅਵਸਥਾ 'ਚ ਇੱਕੋ ਜਿਹਾ ਰਵੇ, ਇੱਕੋ ਨੂੰ ਹੀ ਦੇਖੇ। ਦੁੱਖ ਵਿੱਚ, ਸੁੱਖ ਵਿੱਚ, ਖੁਸ਼ੀ ਵਿੱਚ, ਗਮੀ ਵਿੱਚ, ਧੁੱਪ ਵਿੱਚ, ਛਾਂ ਵਿੱਚ, ਠੰਡ ਵਿੱਚ, ਗਰਮੀ ਵਿੱਚ, ਹਰ ਹਾਲਤ ਵਿੱਚ ਇੱਕੋ ਪਰਮਾਤਮਾ ਨੂੰ ਜਾਣਨ ਵਾਲਾ ਜੋਗੀ ਹੈ। ਭੇਖ ਕਰਕੇ ਕੋਈ ਭਗਵੇਂ ਕੱਪੜੇ ਪਾ ਕੇ, ਕੰਨ ਪੜਵਾ ਕੇ, ਕੋਈ ਕਿਸੇ ਤਰ੍ਹਾਂ ਦਾ ਵੀ ਧਾਰਮਿਕ ਲਿਬਾਸ ਪਾ ਕੇ, ਮੁਸਲਮਾਨਾਂ ਵਾਲਾ ਧਾਰਮਿਕ ਲਿਬਾਸ ਪਾਵੇ, ਹਿੰਦੂਆਂ ਵਾਲਾ ਪਾਵੇ, ਸਿੱਖਾਂ ਵਾਲਾ ਪਾਵੇ, ਜੋਗੀ ਨਹੀਂ ਬਣ ਸਕਦਾ। ਜੋਗੀ ਉਦੋਂ ਹੀ ਬਣੇਗਾ ਜਦੋਂ ਗੁਰਮੁਖ ਨਾਮ ਪ੍ਰਾਪਤ ਹੋਏ, ਨਾਮ ਦੀ ਪ੍ਰਾਪਤੀ ਹੋਵੇਗੀ। ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ। ਮਹਾਰਾਜ ਸਾਹਿਬ ਜੀ ਕਹਿੰਦੇ ਐਸਾ ਕੋਈ ਵਿਰਲਾ ਹੀ ਜੋਗੀ ਹੋਏਗਾ ਜਿਸ ਦੇ ਘਟ ਨਾਮ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾਨਕ ਐਸਾ ਵਿਰਲਾ ਕੋ ਜੋਗੀ। ਐਸਾ ਜੋਗੀ ਕੋਈ ਵਿਰਲਾ ਹੀ ਹੈ ਜਿਹਦੇ ਹਿਰਦੇ ਰੂਪੀ ਘਟ 'ਚ ਪਰਮਾਤਮਾ ਪ੍ਰਗਟ ਹੋਵੇਗਾ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਪੌੜੀ ਹੈ। ਆਪੇ ਜੰਤ ਉਪਾਇਨ ਆਪੇ ਆਧਾਰ। ਆਪ ਹੀ ਪਰਮਾਤਮਾ ਨੇ ਜੀਵ ਜੰਤੂ ਪੈਦਾ ਕੀਤੇ ਹੈ। ਆਪ ਹੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ, ਉਹਨਾਂ ਨੂੰ ਆਧਾਰ ਦਿੰਦਾ ਹੈ, ਆਸਰਾ ਦਿੰਦਾ ਹੈ। ਹਰ ਤਰ੍ਹਾਂ ਦਾ ਆਸਰਾ ਦਿੰਦਾ ਹੈ। ਧਰਤੀ ਦਾ ਆਸਰਾ ਦਿੱਤਾ ਹੋਇਆ ਸਭ ਤੋਂ ਵੱਡਾ, ਧਰਤੀ 'ਤੇ ਤੁਰੇ ਫਿਰਦੇ ਆ। ਹਵਾ ਦਾ ਆਸਰਾ ਦਿੱਤਾ ਹੈ, ਸਵਾਸ ਚੱਲਦੇ ਨੇ। ਪਾਣੀ ਪੀਂਦੇ ਹਾਂ, ਅੱਗ ਸੇਕਦੇ ਹਾਂ। ਸਰੀਰ ਦੇ ਵਿੱਚ, ਪੇਟ ਵਿੱਚ ਵੀ ਅੱਗ ਹੈ, ਰੋਟੀ ਹਜਮ ਹੁੰਦੀ ਹੈ। ਆਕਾਸ਼ ਦੇ ਵਿੱਚ ਤੁਰਦੇ ਫਿਰਦੇ ਹਾਂ। 5 ਤੱਤਾਂ ਤੋਂ ਸਰੀਰ ਬਣਿਆ ਹੈ। ਇਹ ਸਾਰਾ ਆਸਰਾ ਵਾਹਿਗੁਰੂ ਨੇ ਦਿੱਤਾ ਹੈ। ਆਪੇ ਸੂਖਮ ਭਾਲੀਐ ਆਪੇ ਪਾਸਾਰ। ਆਪੇ ਹੀ ਪਰਮਾਤਮਾ ਸੂਖਮ ਰੂਪ ਵਿੱਚ ਨਜ਼ਰ ਆਉਂਦਾ ਹੈ। ਜਦੋਂ ਕੋਈ ਅਭਿਆਸੀ ਆਤਮ ਚਿੰਤਨ ਕਰਦਾ ਹੈ ਤਾਂ ਸੂਖਮ ਤੇ ਸੂਖਮ ਕਰ ਚੀਨੇ। ਸੂਖਮ ਤੋਂ ਸੂਖਮ 10ਵੇਂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਸਰੂਪ ਦੇਖਣ ਚਾਹੁੰਦਾ ਹੈ। ਬਿਰਦਨ ਬਿਰਦ ਬਤਾਏ। ਅਤੇ ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ ਆ ਜਿਹੜੀ ਧਰਤੀ ਹੈ ਇਹ ਵੀ ਅਕਾਲ ਪੁਰਖ ਸਾਹਮਣੇ ਇਤਨੀ ਕੁ ਔਕਾਤ ਰੱਖਦੀ ਹੈ ਜਿੰਨੀ ਕੁ ਰੇਤ ਦਾ ਕਿਣਕਾ ਹੁੰਦਾ ਹੈ। ਸਬਦ ਸਮੁੰਦ ਜਾਚੈ ਘੜਥਲੀ ਸੋ ਐਸਾ ਰਾਜਾ ਸ੍ਰੀ ਨਰ ਹਰੀ। 7 ਸਮੁੰਦਰਾਂ ਦੀ ਔਕਾਤ ਇੰਨੀ ਹੈ ਵਾਹਿਗੁਰੂ ਦੇ ਸਾਹਮਣੇ ਜਿੰਨੀ ਘੜਵੰਜੀ ਦੇ ਡੁੱਲੇ ਪਾਣੀ ਦੀ ਹੁੰਦੀ ਹੈ। ਘੜੇ ਦੇ ਥੱਲੇ ਲੱਕੜ ਦਾ ਚੌਖੜਾ ਜਿਹਾ ਰੱਖਿਆ ਹੁੰਦਾ, ਉਹਨੂੰ ਘੜਵੰਜੀ ਕਹਿੰਦੇ ਨੇ, ਘੜਥਲੀ ਵੀ ਕਹਿੰਦੇ ਨੇ। ਜਦੋਂ ਘੜੇ 'ਚੋਂ ਪਾਣੀ ਕੱਢੀਦਾ, ਛਲਕਾ ਵੱਜ ਕੇ ਤੋਲਾ ਕੁ ਪਾਣੀ ਉਹਦੇ 'ਤੇ ਵੀ ਡੁੱਲ ਜਾਂਦਾ, ਛਿੱਟਾ ਪੈ ਜਾਂਦਾ। ਉਹ ਮਾੜਾ ਜਿਹਾ ਗਿੱਲੀ ਹੁੰਦੀ ਹੈ ਘੜਵੰਜੀ। ਆ ਜਿਹੜੇ 7 ਸਮੁੰਦਰ ਨੇ ਇਹ ਤਾਂ ਵਾਹਿਗੁਰੂ ਦੀ ਘੜਵੰਜੀ ਵੀ ਨਹੀਂ ਗਿੱਲੀ ਕਰ ਸਕਦੇ। ਮਹਾਰਾਜ ਕਹਿੰਦੇ ਇੰਨੀ ਕੁ ਔਕਾਤ ਹੈ। ਸਪਤ ਸਮੁੰਦ ਜਾਚੈ ਘੜਥਲੀਏ। ਅਤੇ ਘੜਾ ਰੱਖਣ ਦੀ ਥਾਂ ਹੈ। ਘੜਾ ਪਤਾ ਨਹੀਂ ਕਿੱਡਾ ਵੱਡਾ ਹੋਵੇਗਾ।
ਉਹਦੀ ਇਹ ਪਾਣੀ ਦੀ ਇੰਨੀ ਜਿੰਨਾ ਧਰਤੀ ਦਾ ਆਕਾਸ਼ ਦਾ ਪਸਾਰਾ ਹੈ ਉਹਦੇ ਇੱਕ ਰੋਮ 'ਚ ਆ ਜਾਂਦਾ ਹੈ। ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਨੇ ਬਿਰਧਨ ਬਿਰਧ ਬਤਾਏ, ਬਹੁਤ ਵੱਡੇ ਤੋਂ ਵੱਡਾ ਹੈ। ਆਪੇ ਸੂਛਮ ਭਾਲੀਐ ਆਪੇ ਪਾਸਾਰ, ਆਪ ਹੀ ਸੂਖਮ ਰੂਪ ਹੋਇਆ ਅਤੇ ਆਪ ਹੀ ਵੱਡੇ ਤੋਂ ਵੱਡਾ ਪਸਾਰਾ ਕੀਤਾ ਹੋਇਆ। ਆਪ ਇਕਾਂਤੀ ਹੋਏ ਰਹਿ ਆਪੇ ਵੱਡ ਪਰਿਵਾਰ, ਆਪ ਇਕਾਂਤ ਵਿੱਚ ਇਕੱਲਾ ਰਹਿੰਦਾ, ਆਪੇ ਹੀ ਫਿਰ ਵੱਡਾ ਪਰਿਵਾਰ ਪੈਦਾ ਕਰ ਲੈਂਦਾ। 84 ਲੱਖ ਜੂਨਾਂ ਦਾ ਪਰਿਵਾਰ ਪੈਦਾ ਕਰ ਲੈਂਦਾ। 33 ਕਰੋੜ ਦੇਵੀ ਦੇਵਤਿਆਂ ਦਾ ਪਰਿਵਾਰ ਪੈਦਾ ਕਰ ਲੈਂਦਾ ਹੈ। ਬੇਅੰਤ ਗੁਪਤ ਪ੍ਰਗਟ ਰਚਨਾ ਰਚ ਲੈਂਦਾ। ਐਸੀ ਉਹਦੀ ਰਚਨਾ ਵਿਚਿੱਤਰ ਹੈ ਕਿ ਅੰਤ ਪੈ ਹੀ ਨਹੀਂ ਸਕਦਾ। ਨਾਨਕ ਮੰਗੈ ਦਾਨ ਹਾਰ ਸੰਤਾਂ ਰੇ ਨਾਰ, ਮਹਾਰਾਜ ਕਹਿੰਦੇ ਅਸੀਂ ਉਸ ਵਾਹਿਗੁਰੂ ਤੋਂ ਦਾਨ ਮੰਗਦੇ ਹਾਂ ਕਿ ਜਿਹੜੇ ਵਾਹਿਗੁਰੂ ਦੇ ਸੰਤ ਹਨ ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ। ਹੋਰ ਦਾਤਾਰ ਨਾ ਸੁਝਈ ਤੂੰ ਦੇਵਨਹਾਰ, ਵਾਹਿਗੁਰੂ ਹੋਰ ਕੋਈ ਦਾਤਾ ਇਹ ਦਾਨ ਦੇ ਨਹੀਂ ਸਕਦਾ ਸਾਨੂੰ। ਦੁਨਿਆਵੀ ਦਾਤੇ, ਪਹਿਲੀ ਗੱਲ ਤਾਂ ਕੋਈ ਦੁਨਿਆਵੀ ਦਾਤਾ ਹੈ ਹੀ ਨਹੀਂ। ਪਰ ਚਲੋ ਕਈ ਰੱਬ ਦੇ ਦਿੱਤੇ ਹੋਏ ਪੈਸੇ ਨੂੰ ਵੰਡ ਕੇ ਆਪ ਦਾਤੇ ਬਣਦੇ ਨੇ। ਕਿਸੇ ਨੂੰ ਰੋਟੀ ਖਵਾ ਦੇਣਗੇ, ਕਿਸੇ ਨੂੰ ਕੱਪੜਾ ਲੈ ਦੇਣਗੇ, ਕਿਸੇ ਨੂੰ ਕੋਈ ਮਾੜੀ ਮੋਟੀ ਹੈਲਪ ਕਰ ਦੇਣਗੇ ਦਾਤੇ। ਉਹਨਾਂ ਦਾਤਿਆਂ ਨੂੰ ਕਹੀਏ ਵੀ ਸਾਨੂੰ ਸੰਤਾਂ ਦਾ ਮੇਲ ਕਰਾ ਦਿਓ, ਸੰਤਾਂ ਦੇ ਚਰਨਾਂ ਦੀ ਧੂੜੀ ਦੇ ਦਿਓ। ਉਹ ਕਹਿੰਦੇ ਸਾਨੂੰ ਆਪ ਨਹੀਂ ਮਿਲੀ, ਤੁਹਾਨੂੰ ਕਿੱਥੋਂ ਦਵਾ ਦਈਏ। ਇਹ ਜਿਹੜੇ ਸੰਤਾਂ ਦੇ ਚਰਨਾਂ ਦੀ ਧੂੜੀ ਹੈ ਇਹ ਵਾਹਿਗੁਰੂ ਹੀ ਦਵਾਵੇ ਤਾਂ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੇ। ਸੰਤਾਂ ਦੀ ਸੰਗਤ ਜਿਹੜੀ ਹੈ, ਸੰਤਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ, ਹੇ ਮੇਰੇ ਦਾਤਾਰ ਤੇਰੇ ਤੋਂ ਬਿਨਾਂ ਨਹੀਂ ਕੋਈ ਦਵਾ ਸਕਦਾ। ਹੋਰ ਦਾਤਾਰ ਨਾ ਸੁਝਈ, ਹੋਰ ਕੋਈ ਦਾਤਾ ਨਹੀਂ ਨਜ਼ਰ ਆਉਂਦਾ ਤੇਰੇ ਤੋਂ ਬਿਨਾਂ। ਤੂੰ ਦੇਵਨਹਾਰ, ਸਾਰੀਆਂ ਦਾਤਾਂ ਦੇਣ ਵਾਲਾ ਤੂੰ ਹੀ ਹੈ। ਅਤੇ ਸੰਤ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਸੰਗਤ ਵੀ ਤੂੰ ਹੀ ਬਖਸ਼ਦਾ ਹੈ। ਸੁਧ ਇਹ ਬਚਨ ਭਾਈ ਗੁਰਦਾਸ ਜੀ ਨੇ ਜਦੋਂ ਬਾਣੀ ਲਿਖੀ ਹੈ ਨਾਲ ਨਾਲ ਸੁਧਾਈ ਵੀ ਕੀਤੀ ਹੈ। ਲਗ ਮਾਤਰ ਵੇਖ ਕੇ ਅਤੇ ਬਾਅਦ 'ਚ ਲਿਖ ਦਿੱਤਾ ਵੀ ਸੁਧ ਹੀ ਗਈ ਹੈ। ਕਿਤੇ ਸੁਧ ਕੀਚੇ ਆਉਂਦਾ, ਕਿਤੇ ਸੁਧ ਆਉਂਦਾ ਹੈ। ਸੋ ਇਹ ਪਾਵਨ ਬਚਨ ਸੰਗਤਾਂ ਨੇ ਸਰਵਣ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਸਭ